ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਅਮਰਜੀਤ ਕੌਰ ਜੋ ਕਿ ਪੰਜਾਬ ਦੇ ਜਨਰਲ ਸਕੱਤਰ ਏਟਕ ਦੇ ਜਨਰਲ ਸਕੱਤਰ ਨੇ। ਬਹੁਤ ਵੱਡੀ ਸੰਖਿਆ ਦੇ ਵਿੱਚ ਆਪਣੇ ਸਮਰਥਕਾਂ ਨੂੰ ਆਪਣੇ ਜਿਹੜੀ ਜਥੇਬੰਦੀਆਂ ਉਹਨੂੰ ਲੈ ਕੇ ਆਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਅੱਜ ਸ਼ਮੂਲੀਅਤ ਕੀਤੀ ਆ, ਬਹੁਤ ਸਮਰਥਕ ਆਏ ਆ ਤੁਹਾਡੇ ਇਸ ਅੰਦੋਲਨ ਨੂੰ ਆਪਣਾ ਹੌਸਲਾ ਅਫਜ਼ਾਈ ਕਰਨ ਲਈ। ਕੀ ਕਹਿਣਾ ਚਾਹੁੰਦੇ ਹੋ, ਤੁਹਾਡੇ ਕੀ ਵਿਚਾਰ ਨੇ? ਪਹਿਲੀ ਗੱਲ ਮੈਂ ਇਹ ਦੱਸਾਂਗੀ ਕਿ ਮੈਂ ਏਟਕ ਦੀ ਆਲ ਇੰਡੀਆ ਦੀ ਜਨਰਲ ਸਕੱਤਰ ਹਾਂ ਤੇ ਹਰ ਸਟੇਟ ਦੀ ਸਾਡੀ ਏਟਕ ਦੀ ਜਿਹੜੀ ਕਮੇਟੀ ਹੈ ਉਹਦੇ ਵੱਲੋਂ ਪ੍ਰੋਗਰਾਮਸ ਹੋ ਰਹੇ ਨੇ। ਅੱਜ ਅਸੀਂ ਪੰਜਾਬ ਸਟੇਟ ਨੂੰ ਇਕੱਠਿਆਂ ਇੱਥੇ ਲੈ ਕੇ ਆਏ ਹਾਂ। ਉਹਦੇ ਬਾਅਦ ਅਸੀਂ ਹੋਰ ਸਟੇਟਾਂ ਦੇ ਵੀ ਵਰਕਰਸ ਨੂੰ ਇਕੱਠਾ ਕਰਕੇ ਏਟਕ ਯੂਨੀਅਨਾਂ ਵੱਲੋਂ ਆਵਾਂਗੇ ਤੇ ਪੂਰੇ ਭਾਰਤ 'ਚ ਅੰਦੋਲਨ ਤੇ ਚੱਲ ਰਿਹਾ, ਪਰ ਇੱਥੇ ਬਾਰਡਰ ਤੇ ਪਹੁੰਚਣਾ ਔਰ ਫਿਰ ਆਪਣੀ ਇਕਜੁੱਟਤਾ ਦੇਣਾ ਉਹ ਅਸੀਂ ਸਮਝ ਰਹੇ ਹਾਂ ਕਿ ਜ਼ਰੂਰੀ ਹੈ। ਅੱਜ ਅਸੀਂ ਪੰਜਾਬ ਦੇ ਸਾਥੀਆਂ ਨੂੰ ਲੈ ਕੇ ਇੱਥੇ ਪਹੁੰਚੇ ਹਾਂ। 2000 ਤੋਂ ਵੀ ਜ਼ਿਆਦਾ ਗਿਣਤੀ 'ਚ ਸਾਡੀਆਂ ਵੂਮਨ ਵਰਕਰਸ ਵੀ ਨੇ, ਸਾਡੇ ਯੰਗ ਵਰਕਰਸ ਵੀ ਨੇ ਔਰ ਵਿੱਚ ਸਾਨੂੰ ਸਟੂਡੈਂਟਸ ਯੂਥ ਦਾ AISF AIYF ਦਾ ਵੀ ਅੱਛਾ ਹੰਗਾਰਾ ਮਿਲਿਆ ਹੈ। ਉਹ ਸਾਥੀ ਵੀ ਆਏ ਨੇ। ਅਸੀਂ ਸਮਝਦੇ ਹਾਂ ਕਿ ਕੱਲ 8 ਜਨਵਰੀ ਸੀ, ਸਾਨੂੰ ਉਮੀਦ ਨਹੀਂ ਸੀ ਲੱਗ ਰਹੀ ਕਿ ਕੱਲ ਵੀ ਸਰਕਾਰ ਮੰਨੇਗੀ ਤਾਂ ਉਹਦਾ ਰੁਖ ਸਾਹਮਣੇ ਦਿਖ ਗਿਆ ਹੈ। ਲੇਕਿਨ ਕਿਸਾਨੀ ਮੋਰਚਾ ਜਿਹੜਾ ਪੂਰਾ ਬਣਿਆ ਹੋਇਆ ਜੁਆਇੰਟ ਕਮੇਟੀ, ਇਹਨਾਂ ਨੇ ਬਹੁਤ ਹੀ ਤਹੱਮਲ ਦੇ ਨਾਲ, ਬਹੁਤ ਹੀ ਹਿੰਮਤ ਦੇ ਨਾਲ, ਬਹੁਤ ਹੀ ਸੂਝਵਾਨ ਤਰੀਕੇ ਦੇ ਨਾਲ ਸਰਕਾਰ ਨੂੰ ਸਿੱਧਾ ਜਵਾਬ ਦੇ ਦਿੱਤਾ ਕਿ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਸੁਪਰੀਮ ਕੋਰਟ ਦੀ ਮੰਨ ਲਓ, ਸਾਡੀ ਮੰਨ ਲਓ, ਇਹ ਸਭ ਨਹੀਂ ਹੈ। ਸਾਡੀ ਗੱਲਾਂ ਬਿਲਕੁਲ ਸਾਫ਼ ਨੇ। ਤੁਸੀਂ ਇਹ ਕਾਨੂੰਨ ਵਾਪਸ ਲਓ। ਤੁਹਾਨੂੰ ਖੇਤੀ ਦੇ ਸਿਲਸਿਲੇ 'ਚ ਕੋਈ ਰਿਫਾਰਮ ਚਾਹੀਦੇ ਹੈ ਤੇ ਕਿਸਾਨਾਂ ਦੇ ਨਾਲ ਬੈਠ ਕੇ ਜਿਹੜੇ ਨਵੇਂ ਕਾਨੂੰਨ ਬਣਾਏ ਜਾ ਸਕਦੇ ਨੇ ਉਹ ਸਾਡੇ ਨਾਲ ਬਹਿ ਕੇ ਬਣਾਓ। ਸਾਡੀ ਫਸਲ ਦੀ ਕੀਮਤ ਅਸੀਂ ਤੈਅ ਕਰੀਏ, ਉਹ ਸਾਨੂੰ ਦਿਵਾਉਣ ਦੀ ਕਾਨੂੰਨ ਬਣਾਓ ਔਰ ਇਹ ਜਿਹੜਾ ਬਿਜਲੀ ਦਾ ਕਾਨੂੰਨ ਲਿਆਏ ਉਹਨੂੰ ਵਾਪਸ ਲਓ। ਤੇ ਗੱਲ ਬਹੁਤ ਸਿੱਧੀ ਹੈ ਤੇ ਜਿਹੜੀ ਬॉल ਹੈ ਨਾ ਉਹ ਸਰਕਾਰ ਦੇ ਪਾਲੇ 'ਚ ਹੈ ਔਰ ਸਰਕਾਰ ਦੇ ਪਾਲੇ 'ਚ ਬॉल ਹੈ ਔਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਇੱਧਰ ਸੁੱਟਣ ਦੀ, ਪਰ ਸਿੱਧੇ ਤਰੀਕੇ ਦੇ ਨਾਲ ਨਹੀਂ, ਇਲਜ਼ਾਮ ਲਾ ਕੇ, ਕਦੀ ਖਾਲਿਸਤਾਨੀ ਕਹਿ ਕੇ, ਕਦੀ ਆਤੰਕੀ ਕਹਿ ਕੇ, ਕਦੀ ਕਹਿ ਕੇ ਕਿ ਲੋਕਾਂ ਨੂੰ ਖਰੀਦ ਕੇ ਲਗਾਇਆ, ਕਦੀ ਸਾਡੇ ਲੰਗਰ ਦਾ ਮਜ਼ਾਕ ਉਡਾ ਕੇ, ਸਭ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਹੈ। ਇਹਨਾਂ ਨੇ ਤਾਂ ਆਪਣੇ ਸੋ ਕਾਲਡ ਕੁਝ ਕ੍ਰਿਤਰਿਮ ਜਿਹਨੂੰ ਕਹਿੰਦੇ ਨੇ ਨਾ, ਆਰਟੀਫਿਸ਼ਲ ਕਿਸਾਨਾਂ ਦੀ ਜਥੇਬੰਦੀਆਂ ਦਿਖਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਅਸੀਂ ਸਮਝਦੇ ਹਾਂ, ਏਟਕ ਵੱਲੋਂ ਖਾਸ ਕਰਕੇ ਮੈਂ ਕਹਿਣਾ ਚਾਹੁੰਦੀ ਹਾਂ, ਹਿੰਦੁਸਤਾਨ ਦੇ ਆਜ਼ਾਦੀ ਦੇ ਅੰਦੋਲਨ ਵਿੱਚ ਏਟਕ ਨੇ 1920 'ਚ ਬਣਨ ਦੇ ਬਾਅਦ ਬਹੁਤ ਹੀ ਨਿੱਘਾ ਰੋਲ ਅਦਾ ਕੀਤਾ ਔਰ ਕਿਸਾਨਾਂ ਔਰ ਮਜ਼ਦੂਰਾਂ ਦੀ ਬਹੁਤ ਜ਼ਬਰਦਸਤ ਏਕਤਾ ਦੇ ਨਾਲ ਅੰਗਰੇਜ਼ਾਂ ਨੂੰ ਚੁਣੌਤੀ ਦਿੱਤੀ ਸੀ। ਅੱਜ ਆਜ਼ਾਦ ਹਿੰਦੁਸਤਾਨ 'ਚ ਮੋਦੀ ਦੀਆਂ ਨੀਤੀਆਂ ਸਾਡੇ ਦੇਸ਼ ਨੂੰ ਉਸੇ ਅੰਗਰੇਜ਼ੀ ਰਾਜ ਵੱਲ ਧੱਕਣਾ ਚਾਹੁੰਦੀਆਂ ਨੇ। ਮਜ਼ਦੂਰਾਂ ਔਰ ਕਿਸਾਨਾਂ ਦੀ ਔਰ ਆਮ ਜਨਤਾ ਦੀ ਉਹੀ ਹਾਲਤ ਕਰਨਾ ਚਾਹੁੰਦੀਆਂ ਨੇ ਤੇ ਅੱਜ ਫਿਰ ਮਜ਼ਦੂਰ ਔਰ ਕਿਸਾਨ ਦੀ ਏਕਤਾ ਉੱਭਰ ਕੇ ਸਾਹਮਣੇ ਆਈ ਹੈ। ਇਤਿਹਾਸ ਸਾਨੂੰ ਘੁਮਾ ਕੇ ਇਸ ਮੋੜ ਤੇ ਲਿਆਇਆ ਹੈ ਕਿ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਦਲਾਲੀ ਕੀਤੀ ਉਹ ਹਿੰਦੁਸਤਾਨ ਨੂੰ ਅੱਜ ਪਿਛਾਂਹ ਸੁੱਟਣਾ ਚਾਹੁੰਦੇ ਹੈ ਤੇ ਸਾਡੇ ਪੁਰਖਿਆਂ ਨੇ ਅੰਗਰੇਜ਼ਾਂ ਦੇ ਨਾਲ ਲੜਾਈ ਲੜੀ ਤੇ ਅੱਜ ਅਸੀਂ ਇਕੱਠੇ ਹੋ ਕੇ ਇਸ ਸਰਕਾਰ ਨੂੰ ਚੁਣੌਤੀ ਦੇ ਰਹੇ ਹਾਂ ਤੇ ਇਹ ਏਕਾ ਜ਼ਾਹਿਰ ਕਰਨ ਵਾਸਤੇ ਅਸੀਂ ਇੱਥੇ ਆਏ ਹਾਂ ਔਰ ਇਹ ਲਗਾਤਾਰ ਜਾਰੀ ਰਹੇਗਾ ਪੂਰੇ ਦੇਸ਼। ਜਾਂਦੇ ਇੱਕ ਸਵਾਲ ਲੈ ਲੈਂਦੇ ਆ ਜੀ। ਹੋਰ ਜਿਵੇਂ ਕਿ 15 ਜਨਵਰੀ ਮਿਤੀ ਤੈਅ ਕੀਤੀ ਆ, ਉਹਦੇ ਵਿੱਚ ਵੀ ਕੇਂਦਰ ਦੀ ਇੱਕ ਰਣਨੀਤੀ ਆ ਕਿਉਂਕਿ 11 ਜਨਵਰੀ ਨੂੰ ਸੁਪਰੀਮ ਕੋਰਟ ਦੀ ਸੁਣਵਾਈ ਹੈ। ਕਿਵੇਂ ਵੇਖਦੇ ਆ ਇਹਨਾਂ ਰਣਨੀਤੀਆਂ ਨੂੰ? ਦੇਖੋ, ਕਿਸਾਨ ਜਥੇਬੰਦੀਆਂ ਨਹੀਂ ਗਈਆਂ ਸੁਪਰੀਮ ਕੋਰਟ। ਇਹ ਇੰਨਾ ਹੀ ਸਰਕਾਰੀ ਜਿਹੜੀਆਂ ਸੋ ਕਾਲਡ ਜਥੇਬੰਦੀਆਂ ਉਹਨਾਂ ਰਾਹੀਂ ਜਾਣਬੁੱਝ ਕੇ ਸੁਪਰੀਮ ਕੋਰਟ 'ਚ ਕੇਸ ਕੀਤਾ ਗਿਆ। ਉਹ ਕੇਸ ਇਸੇ ਵਾਸਤੇ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਰਾਹੀਂ ਇਹਨਾਂ ਨੂੰ ਆਰਡਰ ਕਰਾਇਆ ਜਾਏ ਕਿ ਤੁਸੀਂ ਹਾਈਵੇਜ਼ ਖਾਲੀ ਕਰ ਦਿਓ। ਇਹਨਾਂ ਨੇ ਇਹ ਵੀ ਪ੍ਰਚਾਰਿਆ ਕਿ ਦਿੱਲੀ 'ਚ ਕੋਈ ਸਪਲਾਈ ਨਹੀਂ ਹੋ ਰਹੀ, ਜਿਹੜੀ ਜਿੱਥੇ ਬਾਰਡਰ ਤੇ ਬੈਠੇ ਨੇ ਉੱਥੋਂ ਦੀ ਜਨਤਾ ਨੂੰ ਬੜੀ ਤਕਲੀਫ ਹੈ। ਸਰਾਸਰ ਝੂਠ। ਮੈਂ ਦੇਸ਼ ਦੇ ਵਾਸੀਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ, ਸਿਰਫ ਹਾਈਵੇਜ਼ ਦੇ ਉੱਤੇ ਮੋਰਚੇ ਲੱਗੇ ਨੇ, ਜਿੰਨੀਆਂ ਆਰਟਰੀਜ਼ ਨੇ ਉਹ ਸਾਰੀਆਂ ਖੁੱਲੀਆਂ ਨੇ। ਉਹਨਾਂ ਆਰਟਰੀਜ਼ ਦੇ ਰਾਹੀਂ ਹਿੰਦੁਸਤਾਨ ਦਾ ਕੋਈ ਵੀ ਆਦਮੀ ਦਿੱਲੀ ਤੋਂ ਕਿਸੇ ਵੀ ਕੋਨੇ ਤੱਕ, ਹਰਿਆਣਾ, ਪੰਜਾਬ, ਕਸ਼ਮੀਰ, ਹਿਮਾਚਲ ਪਹੁੰਚ ਸਕਦਾ ਹੈ ਔਰ ਇਸੇ ਤਰੀਕੇ ਨਾਲ ਜਿਹੜਾ ਉਧਰੋਂ ਆਂਦਾ ਉਹਨਾਂ ਆਰਟਰੀਜ਼ ਦੇ ਰਾਹੀਂ ਵਾਪਸ ਆ ਸਕਦਾ ਹੈ। ਜੋ ਇਮਦਾਦ ਦਿੱਲੀ ਨੂੰ ਚਾਹੀਦੀ ਹੈ ਸਮਾਨ ਦੀ, ਉਹਨਾਂ ਵਾਸਤੇ ਦੂਜੇ ਰਸਤੇ ਖੁੱਲੇ ਨੇ, ਉਹ ਪੂਰਾ ਕਰ ਰਹੇ ਨੇ।
ਇਹ ਸਰਕਾਰ ਸਮਝਦੀ ਹੈ ਝੂਠ ਦੇ ਦਮ ਤੇ ਇਹਨਾਂ ਨੇ ਕੁਰਸੀ ਹਥਿਆਈ। ਲੋਕਾਂ ਨੂੰ ਲਾਲਚ ਦੇ ਕੇ 15 ਲੱਖ ਰੁਪਏ ਤੁਹਾਡੇ ਅਕਾਊਂਟ 'ਚ ਪੈਣਗੇ, 2 ਕਰੋੜ ਰੋਜ਼ਗਾਰ ਬਣਨਗੇ, ਵਿਦੇਸ਼ 'ਚੋਂ ਸਾਰਾ ਕਾਲਾ ਧਨ ਆ ਜਾਏਗਾ, 100 ਦਿਨ 'ਚ ਮਹਿੰਗਾਈ ਖਤਮ ਹੋ ਜਾਏਗੀ, ਸਾਰਾ ਬੱਲੇ ਹੀ ਬੱਲੇ ਹੋ ਜਾਏਗੀ ਔਰ ਬੜਾ ਸੋਹਣਾ ਹਿੰਦੁਸਤਾਨ, ਅੱਛੇ दिन आ जाएंगे। इन्होंने झूठ बोल के कुर्सी लाई और फिर झूठ बोल के ही दोबारा कुर्सी लाई और हुण फिर वो समझते ने कि झूठ के सहारे वो किसानी अंदोलन नूं हराणगे, पर उन्हां दा पाला आम अंदोलन नाल नहीं पिया। मिस्टर नरेंद्र मोदी और ताड़ी सरकार सुन लो मेरे कोलों ये गल, ताड़ा पाला आम अंदोलन नाल नहीं पिया, ताड़ा पाला उन्हां नाल पिया है जिन्हां दी पहले पुरखियां ने अंग्रेजां दी इट नाल इट वजाई सी। आज़ाद हिंदुस्तान नूं बनाउण वास्ते पूरे हिंदुस्तान नूं खवाण दा इंतजाम कीता सी, ताड़ा उन्हां नाल टकरा होया है और ये टकरा बहुत महंगा पेगा। तुसी कुछ नहीं कर पाए, कोशिश की। मैनू बहुत इस गल दी शर्म है कि सुप्रीम कोर्ट दे उच्चे अदारे ते बैठे हुए एक सज्जन ने, मैं नाम नहीं लेना चाहती, उन्होंने तबलीगियां दे नाल किसान अंदोलन नूं कंपेयर करन दी कोशिश की और बहाना की बनाया कि कोरोना फैलेगा। असी कहना चाहते हैं सीधा सीधा, जदों तुसी अपना झूठ फैलाउण लई रैलियां करदे हो, चुनावां लई रैलियां करदे हो, तुहानूं कोरोना कोई दिखाई नहीं दिंदा ते कोरोना तुहाडी जिहड़ी ये काले कानून लियाना है वो कोरोना तो भी वध है। ये मजदूरों के कानून लियाना ये कोरोना तो भी वध है। तो इस वास्ते मजदूर और किसान नूं ये लग रहा है कि जे तुसी समझते हो कि तुसी सानू कुट सकते हो, मार सकते हो, पिछे तक सकते हो, ये पॉसीबल नहीं है। इस वास्ते मिस्टर नरेंद्र मोदी नूं मैं कहांगी अपनी ढीठता और जिद नूं छड्डो, इन्हां कानूनां नूं वापस लाओ और हिंदुस्तान दे किसानां दी मंग है, पंजाब दी लीड है, लेकिन पूरे देश दा किसान सारा इकट्ठा है और ਉਹਦੇ ਨਾਲ ਅਸੀਂ ਮਜ਼ਦੂਰ ਸੰਗਠਨ ਇਕੱਠੇ हैं। ਸਾਡਾ ਸੰਦੇਸ਼ਾ ਇਹ ਹੈ ਕਿ ਇੱਥੋਂ ਜਿੱਤ ਕੇ ਹੀ ਨਿਕਲਣਗੇ, ਹਾਰ ਦੀ ਕੋਈ ਗੁੰਜਾਇਸ਼ ਨਹੀਂ ਹੈ। ਇਹ ਸਨ ਅਮਰਜੀਤ ਕੌਰ, ਜਨਰਲ ਸਕੱਤਰ ਭਾਰਤ ਏਟਕ ਦੇ, ਉਹਨਾਂ ਨੇ ਆਪਣੇ ਵਡਮੁੱਲੇ ਵਿਚਾਰ ਰੱਖੇ ਹਨ। ਦੇਖੋ ਜੀ, ਅਸੀਂ ਪੰਜਾਬ ਦੇ ਮਜ਼ਦੂਰਾਂ ਦੀ ਜਿਹੜੀ ਸਰਮੌਰ ਜਥੇਬੰਦੀ ਹੈ AITUC ਏਟਕ ਜਿਹੜੀ ਹੈ ਉਹਦਾ ਜਥਾ ਲੈ ਕੇ ਆਏ ਆ। ਪਹਿਲਾਂ ਵੀ ਆਉਂਦੇ ਰਹੇ ਆ, ਅੱਜ ਅਸੀਂ ਜਥਾ ਹਜ਼ਾਰਾਂ ਦੀ ਗਿਣਤੀ ਵਿੱਚ ਫਿਰ ਲੈ ਕੇ ਆਏ ਆ। ਇਸ ਜਿਹੜਾ ਮਹਾਯੁੱਧ ਚੱਲ ਰਿਹਾ ਸਾਡੇ ਦੇਸ਼ ਅੰਦਰ, ਜਿਹਦੇ ਵਿੱਚ ਪੰਜਾਬ ਨੇ ਬੜਾ ਆਗੂ ਰੋਲ ਜਿਹੜਾ ਪੰਜਾਬ ਕਰ ਰਿਹਾ, ਪੰਜਾਬੀਆਂ ਨੇ ਕੀਤਾ ਔਰ ਸਾਰਾ ਭਾਰਤ ਵਰਸ਼ ਹੀ ਕਿਸਾਨਾਂ ਦੇ ਨਾਲ, ਕਿਸਾਨ ਤਾਂ ਹੈਗੇ ਹੀ ਹੈ, ਉਹਦੇ ਨਾਲ ਮਜ਼ਦੂਰਾਂ ਤੋਂ ਲੈ ਕੇ ਸਾਰੀਆਂ ਲੋਕ ਜਿਹੜੇ ਆ ਉਹ ਵੀ ਨਾਲ ਜੁੜ ਗਏ ਆ। ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਇਹ ਪੰਜਾਬ ਨੇ ਸ਼ੁਰੂਆਤ ਕੀਤਾ, ਇਹ ਕਿਸੇ ਨੇ ਸ਼ੁਰੂਆਤ ਕਰਨਾ ਹੀ ਸੀ। ਕਿਸਾਨ ਮਰ ਰਿਹਾ, ਕਿਸਾਨ ਤਬਾਹ ਹੋ ਰਿਹਾ, ਐਗਰੀਕਲਚਰ ਤਬਾਹੀ ਕੀਤੀ ਜਾ ਰਹੀ ਹੈ। ਇਹ ਜਿਹੜੇ ਗੁਲਾਮੀ ਦੇ ਸਮੇਂ ਦੇ ਲੈ ਕੇ ਆਜ਼ਾਦੀ ਦੇ ਘੋਲ ਦੇ ਵਿੱਚ ਜਿਹੜੇ ਲੋਕਾਂ ਨੇ ਗਦਾਰ ਜਿਹੜੇ ਲੋਕ ਸੀ, ਅੱਜ ਸਾਨੂੰ ਦੇਸ਼ ਭਗਤਾਂ ਨੂੰ ਗਦਾਰ ਕਹਿ ਰਹੇ ਹੈ। ਇਹ ਗੌਡਸੇ ਦੇ ਵਾਰਿਸ ਹੈ, ਅਸੀਂ ਭਗਤ ਸਿੰਘ ਦੇ ਵਾਰਿਸ ਹੈ। ਇਹਨਾਂ ਤੇ ਸਾਡੇ ਤੇ ਅਟੈਕ ਕੀਤਾ, ਖੇਤ ਮਜ਼ਦੂਰਾਂ ਤੋਂ ਲੈ ਕੇ ਕਿਸਾਨਾਂ ਤੱਕ, ਆਮ ਮਜ਼ਦੂਰ, ਸਨਅਤੀ ਮਜ਼ਦੂਰ ਤੋਂ, ਟਰਾਂਸਪੋਰਟ ਤੋਂ, ਬਿਜਲੀ ਤੋਂ ਲੈ ਕੇ ਸਭ ਤੇ ਅਟੈਕ ਕੀਤਾ। ਅਸੀਂ ਉਹਦਾ ਜਵਾਬ ਦੇਣ ਆਏ ਹਾਂ। ਮਜ਼ਦੂਰ ਜਥੇਬੰਦੀਆਂ ਸਾਰੇ ਮੁਲਕ ਭਰ ਦੀਆਂ ਕਿਸਾਨਾਂ ਦੇ ਨਾਲ ਹੀ ਨਹੀਂ, ਆਪਣੀ ਲੜਾਈ ਵੀ ਲੜ ਰਹੇ ਆ ਤੇ ਕਿਸਾਨਾਂ ਦੀ ਲੜਾਈ ਵੀ ਲੜ ਰਹੇ ਆ। ਹੁਣ ਇਹ ਏਕਤਾ ਪੈਦਾ ਹੋ ਗਈ ਹੈ। ਭਾਰਤ ਵਰਸ਼ ਦੇ ਜਿਹੜੇ ਲਾਲੋ ਹੈ, ਗੁਰੂ ਨਾਨਕ ਦੇ ਲਾਲੋ, ਜਿਹੜੇ 10 ਨੌਹਾਂ ਦੀ ਕਿਰਤ ਕਰਨ ਵਾਲੇ, ਸਾਰਿਆਂ ਦੀ ਏਕਤਾ ਕਾਇਮ ਹੋਈ ਹੈ। ਅਸੀਂ ਉਸ ਏਕਤਾ ਨੂੰ ਬਰਕਰਾਰ ਕਰਦਿਆਂ ਹੋਇਆਂ ਲੜ ਰਹੇ ਹਾਂ ਔਰ ਇਹਨਾਂ ਨੇ ਚੈਲੰਜ ਕੀਤਾ ਸਾਡੇ ਕਿਸਾਨਾਂ ਨੂੰ, ਅੰਨਦਾਤਿਆਂ ਨੂੰ, ਮਜ਼ਦੂਰਾਂ ਨੂੰ, ਮਿੱਲਾਂ ਦੇ ਮਜ਼ਦੂਰਾਂ ਤੋਂ ਲੈ ਕੇ ਹਰ ਮਜ਼ਦੂਰ ਨੂੰ ਚੈਲੰਜ ਕੀਤਾ। ਉਹ ਚੈਲੰਜ ਅਸੀਂ ਸਵੀਕਾਰ ਕਰਦੇ ਹਾਂ। ਇਹ ਕਾਲੇ ਕਾਨੂੰਨ ਜਿਹੜੇ ਆ ਗੁਲਾਮ ਬਣਾਉਣ ਵਾਲੇ ਆ। ਪਹਿਲਾਂ ਅੰਗਰੇਜ਼ ਸਾਨੂੰ ਗੁਲਾਮ ਬਣਾਉਂਦੇ ਸੀ, ਹੁਣ ਇਹ ਕਾਰਪੋਰੇਟ ਅਦਾਨੀ ਬਾਨੀਆਂ ਦੇ ਗੁਲਾਮ ਬਣਾਉਣਾ ਚਾਹੁੰਦੇ ਆ। ਅਸੀਂ ਇਹ ਚੈਲੰਜ ਸਵੀਕਾਰ ਕਰਦੇ ਹਾਂ। ਅਸੀਂ ਸਹੁੰ ਖਾ ਕੇ ਆਏ ਹਾਂ, ਗੁਰੂ ਤੇਗ ਬਹਾਦਰ ਦੇ ਵਾਰਿਸ ਹੈ, ਭਗਤ ਸਿੰਘ ਦੇ ਵਾਰਿਸ ਹੈ। ਅਸੀਂ ਕਿਸੇ ਵੀ ਹਾਲ ਤੱਕ ਸਾਡੇ ਪੰਜਾਬ ਔਰ ਸਾਰੇ ਮੁਲਕ ਭਰ ਦੇ ਕਿਸਾਨ ਤੇ ਮਜ਼ਦੂਰ ਪਿੱਛੇ ਨਹੀਂ ਹਟਣਗੇ। ਕਾਲੇ ਕਾਨੂੰਨ ਵਾਪਸ ਲੈਣੇ ਪੈਣੇ ਹੈ। ਜੋ ਵੀ ਕੁਛ ਕੁਰਬਾਨੀ ਕਰਨੀ ਪਵੇ, ਅਸੀਂ ਆਖਰ ਤੱਕ ਲੜਾਂਗੇ। ਅਸੀਂ ਯੁੱਧ ਜਿੱਤਾਂਗੇ ਔਰ ਲੜਾਂਗੇ। ਧੰਨਵਾਦ। ਇਹਦੇ ਨਾਲ ਹੀ ਅਸੀਂ ਵਿਚਾਰ ਲੈ ਲੈਂਦੇ ਹਾਂ ਪੰਜਾਬ ਦੇ ਜਨਰਲ ਸਕੱਤਰ ਏਟਕ ਦੇ ਧਾਲੀਵਾਲ ਜੀ ਮੌਜੂਦ ਨੇ, ਉਹਨਾਂ ਦੇ ਕੀ ਵਿਚਾਰ ਨੇ। ਹਾਂਜੀ ਧਾਲੀਵਾਲ ਜੀ, ਕੀ ਕਹਿਣਾ ਚਾਹੋਗੇ? ਬਹੁਤ ਵੱਡੇ ਸਮਰਥਕਾਂ ਨਾਲ ਆਏ ਹੋ ਹੌਸਲਾ ਅਫਜ਼ਾਈ ਕਰਨ ਕਿਸਾਨਾਂ ਦਾ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਅਸੀਂ ਪੰਜਾਬ ਏਟਕ ਵੱਲੋਂ ਟਰਾਂਸਪੋਰਟ ਦੇ ਕੰਮ ਹੈ, ਸਨਅਤੀ ਕੰਮ ਹੈ, ਆਂਗਨਵਾੜੀ ਕੰਮ ਹੈ, ਬਿਜਲੀ ਬੋਰਡ ਦੇ ਕੰਮ ਹੈ, ਰੋਡਵੇਜ਼ ਦੇ ਕੰਮ ਹੈ, ਪੱਲੇਦਾਰ ਸਾਥੀ, ਕੰਸਟਰਕਸ਼ਨ ਵਰਕਰ, ਨਰੇਗਾ ਦੇ ਵਰਕਰ, ਅਨੇਕਾਂ ਹੋਰ ਜਥੇਬੰਦੀਆਂ ਦੇ ਵਰਕਰ 2000 ਦੀ ਗਿਣਤੀ ਦੇ ਵਿੱਚ ਕਿਸਾਨੀ ਸੰਘਰਸ਼ ਦਾ ਸਮਰਥਨ ਕਰਨਾ ਆ।
ਅਸੀਂ ਸਮਝਦੇ ਹਾਂ ਵੀ ਇਹ ਕਿਸਾਨੀ ਸੰਘਰਸ਼ ਕਿਸਾਨਾਂ ਦਾ ਇਕੱਲਿਆਂ ਦਾ ਨਹੀਂ, ਇਹ ਦੇਸ਼ ਦਾ ਬਾਅਦ ਜਿਹੜੀ ਸਰਕਾਰ ਦੇ ਨਾਲ ਇਸ ਵੇਲੇ ਪਿਆ ਹੋਇਆ, ਉਹ ਮੋਦੀ ਸਰਕਾਰ ਜਿਹੜੀ ਦੇਸ਼ ਦੇ ਲੋਕਾਂ ਨੂੰ ਝੂਠ ਤੇ ਪਖੰਡ, ਸਵਦੇਸ਼ੀ ਵਰਗੇ ਨਾਅਰੇ ਮਾਰ ਕੇ, ਲੋਕ ਹਿਤੈਸ਼ੀ ਹੋਣ ਦਾ ਦੰਭ ਕਰਕੇ, ਤਰ੍ਹਾਂ ਤਰ੍ਹਾਂ ਦੇ ਲੁਭਾਉਣੇ ਨਾਅਰਿਆਂ ਦੇ ਨਾਲ ਸੱਤਾ ਦੇ ਵਿੱਚ ਆ ਗਈ, ਤੇ ਉਸ ਤੋਂ ਬਾਅਦ ਉਹਨੇ ਆਪਣੀ ਅੰਦਰਲੀ ਨੀਤ ਉਜਾਗਰ ਕਰਦਿਆਂ ਜਿਹੜਾ ਦੇਸ਼ ਨੂੰ ਵੇਚਣਾ ਸ਼ੁਰੂ ਕੀਤਾ। ਦੇਸੀ ਔਰ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਯਾਰੀਆਂ ਮੋਦੀ ਨੇ ਗੰਢ ਕੇ ਜਿੰਨਾ ਸੱਤਿਆਨਾਸ਼ ਨੀਤੀਆਂ ਦੇ ਤੌਰ ਤੇ ਮੋਦੀ ਨੇ ਕੀਤਾ ਹੈ, ਹਰ ਚੀਜ਼ ਵਿਕਾਊ ਜਿਹੜੀ ਦੇਸ਼ ਦੀ ਕੀਤੀ ਹੈ, ਹੱਥ ਪਾਉਂਦਾ ਪਾਉਂਦਾ ਮੋਦੀ ਕਿਸਾਨੀ ਨੂੰ ਵੀ ਜਾ ਚਿੰਬੜਿਆ। ਜਿਹੜੀ ਖੇਤੀ ਆਰਥਿਕਤਾ ਦੇ ਉੱਤੇ 65% ਤੋਂ ਵੱਧ ਆਬਾਦੀ ਸਾਡੀ ਨਿਰਭਰ ਹੈ ਹਿੰਦੁਸਤਾਨ ਦੀ, ਉਸ ਕਿੱਤੇ ਨੂੰ ਜਦੋਂ ਇਹਨੇ ਹੱਥ ਪਾਇਆ, ਖੇਤੀ ਖਤਮ ਕਰਨ ਦਾ, ਕਿਸਾਨਾਂ ਦਾ ਜ਼ਮੀਨਾਂ ਖੋਹਣ ਦਾ, ਕੰਟਰੈਕਟ ਤੇ ਦੇਣ ਦਾ, ਕਿਸਾਨਾਂ ਦੀਆਂ ਮੰਡੀਆਂ ਖਤਮ ਕਰਨ ਦਾ, ਵੱਡੇ ਪੱਧਰ ਤੇ ਜਦੋਂ ਕਿਸਾਨਾਂ ਨੂੰ ਹੱਥ ਪਾ ਕੇ ਉਹਨੇ ਉਹਨਾਂ ਦੇ ਲਈ ਫਿਕਰਮੰਦੀ ਪੈਦਾ ਕੀਤੀ, ਤਾਂ ਪੰਜਾਬ ਤੋਂ ਇਸ ਘੋਲ ਦੀ ਚਿਣਗ ਉੱਠੀ। ਪੰਜਾਬ ਦੇ ਕਿਸਾਨਾਂ ਨੇ ਮੋਦੀ ਦੀ ਬੰਗਾਰ ਨੂੰ ਕਬੂਲ ਦਾ ਸੰਘਰਸ਼ ਸ਼ੁਰੂ ਕੀਤਾ, ਜਿਹੜੇ ਸੰਘਰਸ਼ ਨੇ ਡੇਰੇ ਦਿੱਲੀ ਦੇ ਵਿੱਚ ਲਾ ਦਿੱਤੇ, ਔਰ ਹਿੰਦੁਸਤਾਨ ਦੀ ਸਮੁੱਚੀ ਕਿਸਾਨੀ ਲਾਮਬੰਦ ਹੋ ਕੇ ਇੱਕ ਸਾਂਝਾ ਮੋਰਚਾ ਬਣਾ ਕੇ ਇਸ ਘੋਲ ਨੂੰ ਜਿਹੜਾ ਅੱਗੇ ਲੈ ਕੇ ਜਾ ਰਹੀ ਹੈ। ਔਰ ਇਸ ਘੋਲ ਦੀ ਵਿਲੱਖਣਤਾ ਇਹ ਹੈ ਵੀ ਜੋ ਸਰਕਾਰ ਮੋਦੀ ਵੰਡ ਪਾਊ ਨੀਤੀਆਂ ਦੇ ਉੱਤੇ ਚੱਲਦਾ ਸੀ, ਧਰਮ ਧਰੁਵੀਕਰਨ ਵੋਟਾਂ ਦਾ ਕਰਨ ਵਾਸਤੇ, ਹਿੰਦੂਤਵਾ ਦੇ ਨਾਅਰੇ, ਕਦੇ ਕਿਸੇ ਭਾਰਤ ਮਾਤਾ ਦੇ ਨਾਅਰੇ, ਕਿਤੇ ਦੇਸ਼ ਵਿਰੋਧੀ ਘੱਟ ਗਿਣਤੀਆਂ ਦੇ ਉੱਤੇ ਹਮਲੇ, ਤਰ੍ਹਾਂ ਤਰ੍ਹਾਂ ਦੇ ਜਿਹੜੇ ਖੇਖਣ ਕਰਦਾ ਸੀ, ਉਹ ਖੇਖਣਾਂ ਨੂੰ ਲੋਕਾਂ ਨੇ ਦਰਕਿਨਾਰ ਕਰਕੇ ਆਪਣੀ ਇੱਕ ਭਾਈਚਾਰਕ ਏਕਤਾ ਸੰਘਰਸ਼ ਵੱਲ ਸੇਧਤ ਕਰਕੇ ਆਪਣੀਆਂ ਜ਼ਮੀਨਾਂ, ਆਪਣੀ ਖੇਤੀ, ਆਪਣੇ ਭਾਅ, ਆਪਣਾ ਭਵਿੱਖ, ਆਪਣੀ ਉਪਜੀਵਕਾ ਬਚਾਉਣ ਲਈ ਸਿੱਧ ਕਰ ਦਿੱਤਾ ਸਾਰਾ ਕੁਝ। ਸੋ ਇਹ ਸੰਘਰਸ਼ ਅੱਜ ਜਿੱਥੇ ਹਰਿਆਣਾ ਟੋਟਲ ਇਹਦੇ ਵਿੱਚ ਉਮੜ ਪਿਆ, ਰਾਜਸਥਾਨ ਉਮੜ ਪਿਆ, ਉੱਤਰਾਖੰਡ ਉਮੜਿਆ, ਯੂਪੀ ਉਮੜ ਪਈ, ਮੱਧ ਪ੍ਰਦੇਸ਼ ਆ ਗਏ ਤੇ ਬਿਹਾਰ ਤੱਕ, ਔਰ ਈਵਨ ਸਾਊਥ ਤੋਂ ਲੈ ਕੇ ਗੁਜਰਾਤ, ਮੋਦੀ ਦੇ ਆਪਦੇ ਗਰਭ ਗ੍ਰਹਿ ਦੇ ਵਿੱਚੋਂ ਕਿਸਾਨ ਇੱਥੇ ਮਦਦ ਕਰਨ ਵਾਸਤੇ ਜਿਹੜੇ ਆ ਰਹੇ ਨੇ ਇਸ ਸੰਘਰਸ਼ ਦੀ। ਔਰ ਸਾਰੇ ਦੇਸ਼ ਦੇ ਸੂਬਿਆਂ ਦੇ ਵਿੱਚ ਕਿਸਾਨੀ ਮੰਗਾਂ ਦੇ ਮੰਗ ਚਾਰਟਰ ਔਰ ਮੁਜ਼ਾਹਰੇ ਹੋਣੇ ਜਿਹੜੇ ਸ਼ੁਰੂ ਹੋਏ ਨੇ, ਇਹਨੇ ਮੋਦੀ ਨੂੰ ਜਿਹੜੀਆਂ ਫਿਕਰਮੰਦੀਆਂ ਪਾਈਆਂ ਨੇ। ਅੱਜ ਬੇਸ਼ਰਮੀ ਦਾ ਤਾਣ ਮੋਦੀ ਕੋਸ਼ਿਸ਼ਾਂ ਕਰ ਰਿਹਾ, ਚਾਲਾਂ ਚੱਲ ਰਿਹਾ ਵੀ ਇਸ ਘੋਲ ਨੂੰ ਕਿਸੇ ਤਰ੍ਹਾਂ ਸੈਬੋਟੇਜ ਕੀਤਾ ਜਾਵੇ, ਇਹਦੇ ਉੱਤੇ ਕੋਈ ਠੱਪਾ ਖਾਲਿਸਤਾਨੀਆਂ ਦਾ, ਅੱਤਵਾਦੀਆਂ ਦਾ, ਮਾਓਵਾਦੀਆਂ ਦਾ, ਕਮਿਊਨਿਸਟਾਂ ਦਾ, ਤਰ੍ਹਾਂ ਤਰ੍ਹਾਂ ਦੇ ਠੱਪੇ ਲਾਉਣ ਦੀ ਉਹ ਕੋਸ਼ਿਸ਼ ਕਰ ਰਿਹਾ। ਪਰ ਇਹ ਸਮਝਦਾਰੀ ਘੋਲ ਨੂੰ ਚਲਾਉਣ ਵਾਲੇ ਆਗੂਆਂ ਦੀ। ਧਾਲੀਵਾਲ ਜੀ, ਮੈਂ ਰੋਕਣਾ ਚਾਹੂੰਗਾ, ਜਿਵੇਂ ਕਿ ਕੇਂਦਰੀ ਮੰਤਰੀ ਰਾਜਨਾਥ ਜੀ ਨੇ ਚੈਨਲ ਰਾਹੀਂ ਇਹ ਵੀ ਦੱਸਿਆ, ਉਹਨਾਂ ਦਾ ਬਿਆਨ ਹੈ ਵੀ ਜਿਹੜੇ ਟੈਗ ਲਾਏ ਜਾ ਰਹੇ ਨੇ ਬੇਬੁਨਿਆਦ ਨਹੀਂ ਲਾਉਣੇ ਚਾਹੀਦੇ। ਇਹਦੀ ਆਪਣੀ ਉਹ ਰਣਨੀਤੀ ਨਹੀਂ, ਸਰਕਾਰ ਆਪੇ ਇੱਕ ਸੁਰ ਨਹੀਂ ਹੈਗੀ। ਕੀ ਕਹਿਣਾ ਚਾਹੋਗੇ? ਦੇਖੋ, ਸਰਕਾਰ ਦੇ ਵਿੱਚ ਸਲਾਈਟਲੀ ਜਿਹੜੇ ਵੀ ਕੋਈ ਬੀਜੇਪੀ ਦੇ ਵਿੱਚ ਨੇ, ਜੇ ਤਾਂ ਉਹਨਾਂ ਦੀ ਸੁਰ ਦੇਸ਼ ਦੇ ਆਮ ਲੋਕਾਂ ਦੇ ਨਾਲ ਜਾਂ ਕਿਸਾਨੀ ਸੰਘਰਸ਼ ਦੇ ਨਾਲ ਰਲਦੀ ਹੈ, ਤਾਂ ਉਹ ਤਾਂ ਜ਼ਮੀਰ ਨਾਲ ਗੱਲ ਕਰਕੇ ਬਾਹਰ ਆ ਜਾਣਾ ਚਾਹੀਦਾ ਉਹਨਾਂ ਨੂੰ। ਸੋ ਥੋੜਾ ਬਹੁਤਾ ਕੋਈ ਚਾਲਬਾਜ਼ੀ, ਕਲਾਬਾਜ਼ੀ ਦੇ ਨਾਲ ਬਿਆਨ 'ਚ ਇੱਧਰ ਉੱਧਰ ਕਰਦਾ ਹੈ, ਤਾਂ ਤੋਮਰ ਦੀ ਭਾਸ਼ਾ ਵੀ ਬੜੀ ਨਰਮ ਹੈ, ਪਰ ਉਹ ਆਪਦੇ ਮੁੱਦੇ ਦੇ ਉੱਤੇ, ਇੱਕੋ ਨਿਕਾਤੀ ਪ੍ਰੋਗਰਾਮ ਦੇ ਉੱਤੇ ਆਪਦੇ ਕਾਰਪੋਰੇਟਾਂ ਦੀ ਯਾਰੀ ਨੂੰ ਮੁੱਖ ਰੱਖ ਕੇ ਉਹਨਾਂ ਨੇ ਇੱਕ ਵੱਡੇ ਮੁਨਾਫੇਖੋਰੀ ਵਾਲੇ ਧੰਦੇ ਨੂੰ ਹੱਥ ਪਾਇਆ ਵੀ ਇਹਨੂੰ ਵੀ ਰਹਿੰਦਾ ਖੁੰਦਾ ਉਹਨਾਂ ਦੇ ਹਵਾਲੇ ਕਰ ਦਈਏ। ਕਿੱਡੇ ਕਿੱਡੇ ਸਟੋਰ ਮਿਲੀ ਭੁਗਤ ਨਾਲ ਉਹਨਾਂ ਦੇ ਪਹਿਲਾਂ ਉਸਰ ਕੇ ਗੋਦਾਮ ਬਣ ਗਏ, ਸੌਦੇ ਕਰ ਲਏ ਉਹਨਾਂ ਨੇ, ਤਰ੍ਹਾਂ ਤਰ੍ਹਾਂ ਦਾ ਉਹਨਾਂ ਨੇ ਬਿਜ਼ਨਸ ਸਿੱਧਤ ਕਰ ਲਿਆ ਆਪਣਾ। ਸੋ ਇਹ ਕੋਈ ਮਾਇਨੇ ਨਹੀਂ ਰੱਖਦਾ ਵੀ ਉਹਨਾਂ ਦਾ ਇੱਕ ਵਜ਼ੀਰ ਕੋਈ ਮਾੜੀ ਮੋਟੀ ਨਰਮ ਭਾਸ਼ਾ ਬੋਲਦਾ ਜਾਂ ਅੰਦਰਲੀਆਂ ਕੰਟਰਾਡਿਕਸ਼ਨਸ ਨੇ ਕੋਈ, ਪਰ ਜਿਹਦੇ ਹੱਥ ਦੇ ਵਿੱਚ ਕਮਾਂਡ ਹੈ ਉਹ ਇੰਨੀ ਬੇਸ਼ਰਮੀ ਧਾਰੀ ਹੋਈ ਆ, ਉਹਨੇ ਉਹ ਇਮਤਿਹਾਨ ਲੈਣਾ ਚਾਹੁੰਦਾ ਕਿਸਾਨੀ ਦਾ। ਉਹ ਮੌਕੇ ਦੇਖ ਰਿਹਾ ਵੀ ਸ਼ਾਇਦ ਇਹ ਘੋਲ ਲੀਰੋ ਲੀਰ ਹੋ ਕੇ ਚਲਿਆ ਜਾਊਗਾ, ਪਰ ਇਸ ਘੋਲ ਦੀ ਜਿਹੜੀ ਦੂਰਅੰਦੇਸ਼ੀ ਹੈ ਉਹ ਇਹਦੀ ਏਕਤਾ ਨੂੰ ਵੀ ਵਧਾਉਂਦੀ ਜਾ ਰਹੀ ਹੈ, ਔਰ ਇਹਦੀ ਸਮਰੱਥਾ ਵੀ ਵੱਧ ਰਹੀ ਹੈ, ਔਰ ਇਹ ਘੋਲ ਵਿਆਪਕ ਵੀ ਬਣਦਾ ਜਾ ਰਿਹਾ ਹੈ, ਤੇ ਇਹ ਜਿੱਤ ਦੇ ਨੇੜੇ ਖੜਾ ਹੈ। ਔਰ ਇਸ ਘੋਲ ਨੇ ਵੱਖ-ਵੱਖ ਜਿਹੜੇ ਪੀੜਤ ਵਰਗ ਨੇ, ਜਿਹੜੇ ਵੀ ਪ੍ਰਭਾਵਿਤ ਨੇ ਵਰਗ, ਜਿਹੜੇ ਕਿੱਤੇ ਪ੍ਰਭਾਵਿਤ ਨੇ, ਉਹ ਸਾਰੇ ਵਰਗ, ਚਾਹੇ ਛੋਟੇ ਵਪਾਰੀ ਹੋਣ, ਦੁਕਾਨਦਾਰ ਹੋਣ, ਖੇਤ ਮਜ਼ਦੂਰ ਹੋਣ, ਪੱਲੇਦਾਰ ਹੋਣ, FCI ਦੇ ਕਾਮੇ ਹੋਣ, ਮੁਲਾਜ਼ਮ ਮਜ਼ਦੂਰ ਹੋਣ, ਬੇਰੁਜ਼ਗਾਰ ਲੋਕ ਹੋਣ, ਠੇਕੇਦਾਰੀ ਸਿਸਟਮ ਦੇ ਤਹਿਤ ਪੀੜੇ ਜਾਂਦੇ ਵਰਕਰ ਹੋਣ, ਉਹ ਸਾਰੇ ਇਹ ਸਮਝ ਪੈ ਚੁੱਕੀ ਹੈ ਵੀ ਇਹ ਇੱਕੋ ਤਰ੍ਹਾਂ ਦੀ ਲੁੱਟ ਹੈ ਤੇ ਕਾਰਪੋਰੇਟੀ ਨੀਤੀਆਂ ਦੀ ਲੁੱਟ ਹੈ। ਸੋ ਉਹਦੇ ਵਿਰੁੱਧ ਇਹ ਦੇਸ਼ ਵਿਆਪੀ ਜਿਹੜਾ ਜਨ ਅੰਦੋਲਨ ਬਣ ਚੁੱਕਿਆ ਹੈ, ਇਹ ਲਾਜ਼ਮੀ ਤੌਰ ਤੇ ਕਿਸੇ ਵੀ ਚਾਲ ਕੁਚਾਲ ਨੂੰ ਫੇਲ ਕਰਦਾ ਹੋਇਆ ਜਿੱਤ ਦੇ ਝੰਡੇ ਗੱਡੂਗਾ। ਹਾਂਜੀ, ਜਿਵੇਂ ਅਸੀਂ ਤੁਹਾਨੂੰ ਵਿਖਾ ਚੁੱਕੇ ਹਾਂ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ, ਵੱਖ-ਵੱਖ ਰਾਜਾਂ ਤੋਂ, ਪ੍ਰਾਂਤਾਂ ਤੋਂ ਵਕੀਲਾਂ ਵੱਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ। ਅੰਬਾਲਾ ਸੈਸ਼ਨ ਕੋਰਟ ਦੇ ਜਿਹੜੇ ਵਕੀਲ ਨੇ ਉਹ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। सत श्री अकाल भाई। ਤੁਹਾਡੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਵਕੀਲਾਂ ਵੱਲੋਂ, ਕੀ ਕਹਿਣਾ ਚਾਹੋਗੇ ਅੰਦੋਲਨ ਦੇ ਸੰਬੰਧੀ? ऐसा है जी, ये आंदोलन किसानों का जो है ये 3 काले कानूनों के खिलाफ ही है, और जो काले कानून है ये बिल्कुल किसान के हक में नहीं है 1% भी। हम सब ने
सबको ये काले कानून पता है भी क्या है। कॉन्ट्रैक्ट फार्मिंग क्यों कर लेंगे हम? कॉन्ट्रैक्ट फार्मिंग कल को आप हमारी ज़मीनों पे लोन लोगे, हमसे लोन नहीं उतरेगा, आप ये हड़पा लोगे अपनी ज़मीनें हमारी किसानों की जो है। हम भी किसान हैं, मैं भी किसान का बेटा हूँ, ठीक है जी। कल को हमारी इनकम क्या रहेगी? वही बिहार यूपी वाला हाल हो जाएगा, वही 700-800 रुपये हमारा क्विंटल का रेट रह जाएगा फसल का। आने वाले टाइम में हमारे बच्चे क्या खाएंगे? अगर एक किसान 1 एकड़ में से 40,000 निकालता है तो उसका 20,000 रुपये खर्चा आता है, ठीक है जी। 20,000 में अब वो आगे क्या बचाएगा? कल को उसको बच्चे भी पढ़ाने हैं, अपना फ्यूचर भी देखना है, घर भी बनाना है, आगे और भी खर्चे हैं घर के, ठीक है जी। तो कल को वो क्या आगे अपना फ्यूचर क्या रह जाएगा उसका, ठीक है जी। ਸਰਕਾਰ ਤਾਂ ਆਪਣੇ ਫੈਸਲਿਆਂ ਤੇ ਅੜੀ ਹੋਈ ਹੈ ਤੇ ਸੁਪਰੀਮ ਕੋਰਟ ਦਾ ਜਿਹੜਾ 11 ਜਨਵਰੀ ਨੂੰ ਸੁਣਵਾਈ ਆ, ਪਰ ਸੁਪਰੀਮ ਕੋਰਟ ਦੇ ਜਿਹੜੇ ਤੁਹਾਨੂੰ ਵਿਚਾਰ ਲੱਗ ਰਹੇ ਨੇ, ਕਿਵੇਂ ਦੇਖ ਰਹੇ ਹੋ ਕਿ ਸੁਪਰੀਮ ਕੋਰਟ ਹੱਕ 'ਚ ਖੜੇਗਾ? ਦੇਖੋ ਜੀ, ਸਾਰਾ ਕੁਝ ਸਰਕਾਰ ਦੇ ਹੱਥ ਹੀ ਹੈ। ਜਿਹੜੇ ਇਹ ਸੁਪਰੀਮ ਕੋਰਟ ਲਾ ਲਓ, ਜੋ ਵੀ ਲਾ ਲਓ, ਇਹ ਉਹਨਾਂ ਦੇ ਕਹਿਣ ਤੇ ਹੀ ਚੱਲਣੀ ਹੈ, ਠੀਕ ਹੈ ਜੀ। ਇੱਥੇ ਮੈਨੂੰ ਕੋਈ ਵੀ ਅੱਜ ਤੱਕ ਇਹ ਕਿਹੜਾ ਹੋਰ ਵੀ ਚੈਨਲ ਮੈਨੂੰ ਤਾਂ ਦਿਸਦਾ ਨਹੀਂ ਕੋਈ ਜੋ ਆਪਣਾ ਰਿਐਲਿਟੀ ਦਿਖਾ ਰਿਹਾ ਹੋ। ਇਹ ਤਾਂ ਤੁਸੀਂ 5-7 ਚੈਨਲ ਨੇ ਜਿਹੜੇ ਰਿਐਲਿਟੀ ਦਿਖਾ ਰਹੇ ਆ। ਮੈਂ ਪੂਰਾ ਮਾਰਚ ਕਰਕੇ ਆਇਆ, ਆਪਾਂ ਸਾਰੇ 50-60 ਵਕੀਲ ਨੇ, ਇੱਕ ਵੀ ਕੋਈ ਵੀ ਸੱਚਾਈ ਤਾਂ ਦਿਖਾ ਨਹੀਂ ਰਿਹਾ ਜੀ। ਪਹਿਲੀ ਗੱਲ ਤਾਂ ਇਹੀ ਹੈ। ਮੈਂ ਰੋਜ਼ ਟੀਵੀ ਦੇਖਦਾ, ਇੱਕ ਵੀ ਚੈਨਲ ਕੋਈ ਸੱਚੀ ਗੱਲ ਦੱਸਦਾ ਨਹੀਂ ਹੈ, ਠੀਕ ਹੈ ਜੀ। ਤੇ ਇਹ ਸਨ ਸੈਸ਼ਨ ਅੰਬਾਲੇ ਤੋਂ ਵਕੀਲ। ਤੇ ਤੁਹਾਡੇ ਨਾਲ ਕਿੰਨੇ ਕੁ ਬੰਦੇ ਆ ਅੱਜ? ਤੁਸੀਂ ਕਿੰਨੇ ਕੁ ਅੱਜ ਸਪੈਸ਼ਲ ਦਿਨ ਰੱਖਿਆ ਸੀ? ਕੀ ਪ੍ਰੋਗਰਾਮ ਬਣਾਇਆ ਅੱਜ ਆਉਣ ਦਾ? ये कई दिन पहले से चल रहा था जी अपना आने का। यहाँ पे लगभग हम अपना 50-60 वकील हैं जो यहाँ आए हैं, स्पेशल अम्बाड़े से बस करके आए हैं हम। हाँ जी, जो कानून जो कॉरपोरेट्स के फ़ायदे के लिए बनाए हैं वो लागू कर दें। लेकिन ये आंदोलन खाली किसानों का आंदोलन नहीं है, एक जन आंदोलन है। इस जन आंदोलन की भावना को समझकर इनको तुरंत ये काले कानून रद्द करने चाहिए, वरना अमेरिका में एक तो गया, अब दूसरे की बारी है। ਮੋਦੀ ਸਾਹਿਬ ਦਾ ਕਹਿੰਦੇ ਆ ਲੋਕਤੰਤਰ ਅਮਰੀਕਾ ਦੇ ਖਤਰੇ 'ਚ ਆ, ਉਹਨੂੰ ਇੰਡੀਆ ਦਾ ਲੋਕਤੰਤਰ ਖਤਰੇ 'ਚ ਨਹੀਂ ਨਜ਼ਰ ਆਉਂਦਾ। ਪੂਰੇ 40 ਦਿਨ ਹੋ ਗਏ ਮੋਦੀ, ਮੈਨੂੰ ਕਹਿਣਾ ਨਹੀਂ ਚਾਹੀਦਾ ਮੋਦੀ ਸਾਹਿਬ। ਸੌਰਵ ਗਾਂਗੁਲੀ ਬਿਮਾਰ ਹੋ ਗਿਆ, ਹਾਰਟ ਅਟੈਕ ਹੋ ਗਿਆ, ਉਸ ਨੂੰ ਟਵੀਟ ਕਰਦਾ। ਪੂਰੇ 70 ਬੰਦੇ ਕਿਸਾਨ ਮਰ ਗਏ, ਕਿਸੇ ਦਾ ਕੋਈ ਟਵੀਟ ਆਇਆ? ਕੋਈ ਸਹਾਇਤਾ ਦੀ ਗੱਲ ਕਰੀ? ਮੋਦੀ ਐਡਾ ਮੋਦੀ ਤੇਰੀ ਕਬਰ ਖੁਦੇਗੀ। ਦੇਖੋ ਜੇ ਮੋਦੀ ਸਾਡੇ ਕਿਸਾਨ ਆਗੂਆਂ ਨੂੰ ਵਿਗਿਆਨ ਭਵਨ ਬੁਲਾਉਂਦੇ ਆ, ਠੀਕ ਹੈ। ਉਰੇ ਆ ਕੇ ਕਿਸਾਨਾਂ ਦੇ ਵਿੱਚ ਬੈਠ ਕੇ ਗੱਲ ਕਿਉਂ ਨਹੀਂ ਕਰਦੇ ਹੋ? ਜੇ ਉਹ ਸੱਚੇ ਸੁੱਚੇ ਆ, ਕਿਸਾਨਾਂ ਦੇ ਵਿੱਚ ਆ ਕੇ ਗੱਲ ਕਰੋ ਨਾ ਉਸਦੀ ਕੋਈ ਵੀਡੀਓ ਰਿਕਾर्डिंग ਆ। ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿਸੇ ਨੂੰ ਪਤਾ ਲੱਗ नहीं रहा ਕੀ ਹੋ ਰਿਹਾ। मोदी बेदर्द है, उसका परिवार होता तो उसको दुख का पता लगता। उसका कोई परिवार नहीं, ना उसको दुख दर्द का लोगों के पता है, इसलिए वो तो तानाशाह है और लोगों के ऊपर अपनी तानाशाही कर रहा है।